ਅਸਲੀ ਖੇਡ ਸ਼ੁਰੂ ਹੁੰਦੀ ਹੈ 40 ਤੋਂ ਬਾਅਦ। ਜੀਵਨ ਵਿੱਚ 40 ਦੀ ਉਮਰ ਤੋਂ ਬਾਅਦ ਹੀ ਅਸਲ ਸਮਝ, ਤਜਰਬਾ ਤੇ ਦਿਸ਼ਾ ਬਣਦੀ ਹੈ। ਕਹਾਣੀ ਜਾਂ ਵਿਚਾਰ ਆਮ ਤੌਰ ਤੇ ਇਹ ਦੱਸਦਾ ਹੈ ਕਿ ਜਵਾਨੀ ਦੀ ਦੌੜ ਭੱਜ ਵਿੱਚ ਇਨਸਾਨ ਬਹੁਤ ਕੁਝ ਬਿਨਾਂ ਸਮਝੇ ਕਰਦਾ ਹੈ। 40 ਤੱਕ ਪਹੁੰਚਦੇ ਪਹੁੰਚਦੇ ਜੀਵਨ ਦੇ ਸਾਰੇ ਮਹੱਤਵਪੂਰਨ ਸਬਕ ਸਮਝ ਆਉਣ ਲੱਗਦੇ ਹਨ। ਇਨਸਾਨ ਦੇ ਫੈਸਲੇ ਹੋਰ ਮਜ਼ਬੂਤ ਅਤੇ ਸੋਚ ਪੱਕੀ ਹੋ ਜਾਂਦੀ ਹੈ। ਜਿਸ ਕੰਮ ਵਿੱਚ ਕਾਮਯਾਬੀ ਮਿਲਣੀ ਹੁੰਦੀ ਹੈ, ਉਸ ਵੱਲ ਇਨਸਾਨ 40 ਦੇ ਬਾਅਦ ਧਿਆਨ ਨਾਲ ਅਤੇ ਪੂਰੀ ਸਿਆਣਪ ਨਾਲ ਵੱਧਦਾ ਹੈ। ਬਹੁਤ ਸਾਰੇ ਲੋਕ 40 ਤੋਂ ਬਾਅਦ ਹੀ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਉਚਾਈ ਹਾਸਲ ਕਰਦੇ ਹਨ। ਇਹ ਵਿਚਾਰ ਕਿਉਂ ਪ੍ਰਸਿੱਧ ਹੈ? ਕਈ ਮਹਾਨ ਵਿਅਕਤੀ, ਜੈਫ ਬੇਜ਼ੋਸ, ਕਰਨਲ ਸੈਂਡਰਸ, KFC ਦੇ ਸੰਸਥਾਪਕ ਸਟੈਨਲੀ, ਮੋਰਗਨ ਫਰੀਮੈਨ, ਇਹਨਾਂ ਨੇ ਆਪਣੀ ਸਭ ਤੋਂ ਵੱਡੀ ਕਾਮਯਾਬੀ 40 ਦੀ ਉਮਰ ਤੋਂ ਬਾਅਦ ਹੀ ਪਾਈ। ਇਸ ਲਈ ਕਈ ਪ੍ਰੇਰਕ ਲੇਖ, ਕਹਾਣੀਆਂ ਅਤੇ ਵੀਡੀਓ ਇਸ ਨੁਕਤੇ ਤੇ ਬਣੀਆਂ ਹੁੰਦੀਆਂ ਹਨ। ਰਾਜੀਵ 40ਵੀਂ ਸਾਲਗਿਰਹ ਵਾਲੇ ਦਿਨ ਸਵੇਰੇ ਹੀ ਖਿੜਕੀ ਕੋਲ ਖੜਾ ਸੀ। ਮੀਂਹ ਹੌਲੀ ਹੌਲੀ ਪੈਂਦਾ ਸੀ ਤੇ ਕੱਚ ਤੇ ਟਪਕ ਰਹੀਆਂ ਬੂੰਦਾਂ ਉਸਦੀ ਜ਼ਿੰਦਗੀ ਦੇ ਸਾਲ ਗਿਣਦੀਆਂ ਜਿਹੀਆਂ ਲੱਗਦੀਆਂ ਸਨ। ਉਹ ਸੋਚ ਰਿਹਾ ਸੀ, 40 ਸਾਲ ਹੋ ਗਏ, ਪਰ ਮੈਂ ਕੀ ਕੀਤਾ? ਕੀ ਮੇਰਾ ਸਮਾਂ ਲੰਘ ਗਿਆ? ਇਹ ਉਹ ਉਮਰ ਸੀ ਜਿੱਥੇ ਜ਼ਿਆਦਾਤਰ ਲੋਕ ਡਰ ਜਾਂਦੇ ਹਨ। ਕੁਝ ਆਪਣੀ ਜ਼ਿੰਦਗੀ ਨੂੰ ਫੈਸਲਿਆਂ ਦੀ ਗਲਤੀ ਸਮਝਦੇ ਹਨ, ਕੁਝ ਇਸ ਨੂੰ ਅੰਤ ਸਮਝ ਲੈਂਦੇ ਹਨ। ਪਰ ਰਾਜੀਵ ਦੇ ਅੰਦਰ ਕੁਝ ਹੋਰ ਜਾਗ ਰਿਹਾ ਸੀ, ਇੱਕ ਨਵੀਂ ਚਿੰਗਾਰੀ। 40 ਦੀ ਉਮਰ ਤੇ ਤੂੰ ਜਵਾਨੀ ਦਾ ਜੋਸ਼ ਵੀ ਵੇਖ ਲੈਂਦਾ ਹੈ ਅਤੇ ਤਜਰਬੇ ਦੀ ਤਲਵਾਰ ਵੀ ਹਾਸਲ ਕਰ ਲੈਂਦਾ ਹੈ। ਰਾਜੀਵ ਨੇ ਆਪਣੇ ਆਪ ਨੂੰ ਕਿਹਾ, ਜੋ 20 ਵਿੱਚ ਸਮਝ ਨਹੀਂ ਆਇਆ, 40 ਵਿੱਚ ਸਾਫ਼ ਦਿਸਦਾ ਹੈ। ਜੋ 30 ਵਿੱਚ ਡਰ ਲੱਗਦਾ ਸੀ, 40 ਵਿੱਚ ਉਸ ਦਾ ਹੱਲ ਵੀ ਪਤਾ ਹੋ ਜਾਂਦਾ ਹੈ। ਉਹ ਨਾਲੇ ਸੋਚਦਾ ਗਿਆ, ਨਾਲੇ ਅੰਦਰੋਂ ਹੌਸਲਾ ਜੰਮਦਾ ਗਿਆ। ਹੁਣ ਉਹ ਕਿਸੇ ਨੂੰ ਖੁਸ਼ ਕਰਨ ਲਈ ਨਹੀਂ, ਖੁਦ ਨੂੰ ਪੂਰਾ ਕਰਨ ਲਈ ਜੀਣਾ ਚਾਹੁੰਦਾ ਸੀ। ਹੁਣ ਕੰਮ ਦਿਖਾਵੇ ਲਈ ਨਹੀਂ, ਮਨ ਦੀ ਤਸੱਲੀ ਲਈ ਕਰਨਾ ਚਾਹੁੰਦਾ ਸੀ। ਹੁਣ ਹਾਰ ਦਾ ਡਰ ਨਹੀਂ, ਕਿਉਂਕਿ ਜ਼ਿੰਦਗੀ ਨੇ ਕਾਫੀ ਕੁਝ ਸਿਖਾ ਦਿੱਤਾ ਸੀ। ਅਸਲੀ ਤਾਕਤ ਕਦੇ ਜਵਾਨੀ ਦੀ ਨਹੀਂ ਹੁੰਦੀ, ਤਜਰਬੇ ਦੀ ਹੁੰਦੀ ਹੈ। ਉਹ ਆਪਣੇ ਆਪ ਨੂੰ ਕਹਿੰਦਾ ਹੈ, ਜਿਹੜੀ ਦੌੜ 20 ਤੋਂ 25 ਦੇ ਨੌਜਵਾਨ ਦੌੜ ਰਹੇ ਹਨ, ਉਹ ਦੌੜ ਮੈਂ ਨਹੀਂ ਦੌੜਾਂਗਾ। ਮੈਂ ਉਹ ਦੌੜ ਦੌੜਾਂਗਾ ਜਿਸ ਦਾ ਮਕਸਦ ਮੈਨੂੰ ਪਤਾ ਹੈ। ਇਹ ਉਹ ਉਮਰ ਸੀ ਜਿੱਥੇ ਦਿਮਾਗ ਪੱਕਾ ਹੁੰਦਾ ਹੈ, ਸੋਚ ਗਹਿਰੀ ਹੁੰਦੀ ਹੈ ਤੇ ਇਨਸਾਨ ਨੂੰ ਆਪਣੀ ਕੀਮਤ ਪਤਾ ਲੱਗਦੀ ਹੈ। ਬਦਲਾਅ ਦੀ ਸ਼ੁਰੂਆਤ। ਰਾਜੀਵ ਨੇ ਫੈਸਲਾ ਕਰ ਲਿਆ, ਉਹ ਆਪਣਾ ਛੋਟਾ ਜਿਹਾ ਬਿਜ਼ਨਸ ਸ਼ੁਰੂ ਕਰੇਗਾ। ਉਹ ਜਿਹੜਾ ਸੁਪਨਾ ਉਸਨੇ 28 ਸਾਲ ਦੀ ਉਮਰ ਵਿੱਚ ਦੇਖਿਆ ਸੀ ਅਤੇ ਡਰ ਕੇ ਛੱਡ ਦਿੱਤਾ ਸੀ। ਪਰ ਹੁਣ ਡਰ ਕਿੱਥੇ ਸੀ? 40 ਦੀ ਉਮਰ ਨੇ ਉਸ ਨੂੰ ਸਿਖਾ ਦਿੱਤਾ ਸੀ, ਮੌਕਿਆਂ ਦੀ ਉਮਰ ਨਹੀਂ ਹੁੰਦੀ, ਪਰ ਹਿੰਮਤ ਦਾ ਸਮਾਂ ਹੁੰਦਾ ਹੈ। ਰਾਜੀਵ ਨੇ ਕੰਮ ਸ਼ੁਰੂ ਕੀਤਾ। ਪਹਿਲੇ ਕੁਝ ਮਹੀਨੇ ਹੌਲੀ ਚੱਲੇ, ਮੁਸ਼ਕਲਾਂ ਆਈਆਂ, ਪਰ ਉਹ ਟਿਕਿਆ ਰਿਹਾ, ਕਿਉਂਕਿ ਉਹ ਹੁਣ ਜਵਾਨੀ ਦੀ ਬੇਸਬਰੀ ਨਾਲ ਨਹੀਂ, ਤਜਰਬੇ ਦੀ ਸਮਝ ਨਾਲ ਲੜ ਰਿਹਾ ਸੀ। 3 ਸਾਲ ਬਾਅਦ ਰਾਜੀਵ ਦਾ ਬਿਜ਼ਨਸ ਇਤਨਾ ਵੱਧ ਗਿਆ ਕਿ ਉਹ 40 ਵੀ ਨਹੀਂ, 45ਵੀਂ ਜਨਮਦਿਨ ਤੇ ਇਹ ਕਹਿ ਸਕਦਾ ਸੀ, ਜ਼ਿੰਦਗੀ ਦੀ ਅਸਲੀ ਖੇਡ 40 ਤੋਂ ਬਾਅਦ ਸ਼ੁਰੂ ਹੁੰਦੀ ਹੈ। ਕਿਉਂਕਿ ਉਸਨੇ ਆਪਣਾ ਸ਼ੌਕ ਲੱਭ ਲਿਆ ਸੀ, ਆਪਣੀ ਦਿਸ਼ਾ ਚੁਣ ਲਈ ਸੀ ਤੇ ਅੰਦਰੋਂ ਡਰ ਮੁਕਾ ਦਿੱਤਾ ਸੀ। 40 ਦੀ ਉਮਰ ਅੰਤ ਨਹੀਂ, ਅਸਲੀ ਆਰੰਭ ਹੁੰਦਾ ਹੈ। ਜਵਾਨੀ ਵਿੱਚ ਤੂੰ ਦੌੜਦਾ ਹੈ, 40 ਵਿੱਚ ਤੂੰ ਸਮਝ ਕੇ ਦੌੜਦਾ ਹੈ। ਜਿਹੜੀ ਕਾਮਯਾਬੀ 20 ਵਿੱਚ ਨਹੀਂ ਮਿਲਦੀ, ਉਹ 40 ਵਿੱਚ ਵਧੇਰੇ ਤਾਕਤ ਨਾਲ ਮਿਲ ਸਕਦੀ ਹੈ। 40 ਦੀ ਉਮਰ ਤੱਕ ਇਨਸਾਨ ਕੋਲ ਤਜਰਬਾ, ਸਮਝ, ਸਬਰ ਅਤੇ ਦਿਸ਼ਾ ਚਾਰੋਂ ਹੀ ਹੁੰਦੇ ਹਨ, ਜੋ ਕਾਮਯਾਬੀ ਦੇ ਸਭ ਤੋਂ ਵੱਡੇ ਹਥਿਆਰ ਹਨ। 40 ਤੋਂ ਬਾਅਦ ਦੀ ਅਸਲੀ ਖੇਡ। ਰਾਜੀਵ ਦੀ ਜ਼ਿੰਦਗੀ ਹੁਣ ਇੱਕ ਨਵੇਂ ਪਟੜੇ ਤੇ ਚੱਲ ਰਹੀ ਸੀ। ਜਿਹੜੇ ਲੋਕ ਪਹਿਲਾਂ ਉਸਦੀ ਹੰਸੀ ਉਡਾਉਂਦੇ ਸਨ, ਹੁਣ ਉਸ ਨੂੰ ਸਲਾਹ ਮੰਗਣ ਲਈ ਆਉਂਦੇ ਸਨ। ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ, ਅਸਲੀ ਖੇਡ ਤਾਂ ਹੁਣ ਸ਼ੁਰੂ ਹੋ ਰਹੀ ਸੀ। ਨਵਾਂ ਚੈਪਟਰ, ਲੜਾਈ ਆਪਣੇ ਆਪ ਨਾਲ। ਇੱਕ ਸ਼ਾਮ, ਦਫ਼ਤਰ ਤੋਂ ਵਾਪਸ ਆਉਂਦਾ ਰਾਜੀਵ ਘਰ ਦੇ ਦਰਵਾਜ਼ੇ ਕੋਲ ਰੁਕ ਗਿਆ। ਬੱਚੇ ਕਮਰੇ ਵਿੱਚ ਮਸਤ ਸਨ, ਪਰ ਉਸਦੀ ਪਤਨੀ, ਨੀਤੂ, ਚੁੱਪਚਾਪ ਬੈਠੀ ਸੀ। ਉਸਦੀ ਅੱਖਾਂ ਵਿੱਚ ਇੱਕ ਸਵਾਲ ਸੀ, ਜਦੋਂ ਤੂੰ ਆਪਣੀ ਨਵੀਂ ਖੇਡ ਸ਼ੁਰੂ ਕਰ ਲਈ, ਕੀ ਮੇਰਾ ਅਧਿਆਇ ਖਤਮ ਹੋ ਗਿਆ? ਰਾਜੀਵ ਨੂੰ ਝਟਕਾ ਲੱਗਿਆ। ਕਾਮਯਾਬੀ ਨੇ ਉਸ ਦਾ ਦਿਮਾਗ ਤਾਂ ਬਦਲ ਦਿੱਤਾ, ਪਰ ਘਰ ਦੀਆਂ ਜ਼ਰੂਰਤਾਂ ਉਹ ਭੁੱਲਦਾ ਜਾ ਰਿਹਾ ਸੀ। ਉਸਨੇ ਚੁੱਪਚਾਪ ਨੀਤੂ ਦਾ ਹੱਥ ਫੜਿਆ ਤੇ ਕਿਹਾ, ਮੈਨੂੰ ਤੇਰੀ ਲੋੜ ਹੈ, ਇਹ ਸਫ਼ਰ ਮੇਰਾ ਨਹੀਂ, ਸਾਡਾ ਹੈ। ਰਾਜੀਵ ਸਮਝ ਗਿਆ, 40 ਦੀ ਉਮਰ ਕਾਮਯਾਬੀ ਦਾ ਨਾਮ ਨਹੀਂ, ਸੰਤੁਲਨ ਦਾ ਨਾਮ ਹੈ, ਸਿਖਲਾਈ ਜੋ ਕਾਮਯਾਬੀ ਨਾਲ ਆਉਂਦੀ ਹੈ। ਕੁਝ ਸਮੇਂ ਬਾਅਦ ਰਾਜੀਵ ਦਾ ਬਿਜ਼ਨਸ ਹੋਰ ਵਧਿਆ, ਪਰ ਨਾਲ ਹੀ ਮੁਕਾਬਲੇ ਵੱਧ ਗਏ।
ਇੱਕ ਰਾਤ ਦੋਸਤ ਨੇ ਕਿਹਾ, ਰਾਜੀਵ, ਹੁਣ ਪੈਸਾ ਆ ਰਿਹਾ ਹੈ, ਪਰ ਤੇਰੇ ਚਿਹਰੇ ਤੇ ਉਹ ਪੁਰਾਣੀ ਖੁਸ਼ੀ ਨਹੀਂ। ਇਹ ਸੱਚ ਉਸਦੇ ਦਿਲ ਵਿੱਚ ਤੀਰ ਵਾਂਗ ਲੱਗਿਆ। ਉਸਨੇ ਸੋਚਿਆ, ਕੀ ਮੈਂ ਕਾਮਯਾਬੀ ਦੀ ਖੇਡ ਖੇਡ ਰਿਹਾ ਹਾਂ, ਜਾਂ ਖੇਡ ਮੈਨੂੰ ਖੇਡ ਰਹੀ ਹੈ। ਉਸਨੇ ਇਕੱਲੇ ਬੈਠ ਕੇ ਆਪਣੇ ਆਪ ਨਾਲ ਗੱਲ ਕੀਤੀ। ਜਦੋਂ ਤੂੰ ਵੇਖਦਾ ਹੁੰਦਾ ਹੈ, ਤੂੰ ਦੱਸਦਾ ਹੈ ਜੀਵਨ ਨੂੰ ਕਿਵੇਂ ਚੱਲਣਾ ਹੈ। 40 ਵਿੱਚ ਜੀਵਨ ਤੈਨੂੰ ਦੱਸਦਾ ਹੈ ਕਿ ਕਿਵੇਂ ਚੱਲਣਾ ਚਾਹੀਦਾ ਹੈ। ਮੋੜ ਜਿਸਨੇ ਸਭ ਕੁਝ ਬਦਲ ਦਿੱਤਾ। ਇੱਕ ਦਿਨ ਇੱਕ ਬੁੱਢੇ ਗਾਹਕ ਨੇ ਰਾਜੀਵ ਨੂੰ ਕਿਹਾ, ਪੁੱਤਰ, ਕੰਮ ਕਰਕੇ ਕਾਮਯਾਬ ਹੋਣਾ ਵੱਡੀ ਗੱਲ ਨਹੀਂ, ਕੰਮ ਕਰਕੇ ਖੁਸ਼ ਰਹਿਣਾ ਵੱਡੀ ਗੱਲ ਹੈ। ਇਹ ਬਾਤ ਰਾਜੀਵ ਦੇ ਦਿਲ ਤੇ ਖੁਦਰ ਗਈ। ਉਸਨੇ ਦਫ਼ਤਰ ਦੇ ਕਮਰੇ ਦੀਆਂ ਲਾਈਟਾਂ ਬੁਝਾਈਆਂ, ਚੇਅਰ ਤੇ ਬੈਠ ਕੇ ਆਪਣੇ ਆਪ ਨੂੰ ਕਿਹਾ, ਜੇ ਮੈਂ ਖੁਦ ਲਈ ਵਕਤ ਨਹੀਂ ਕੱਢਿਆ, ਤਾਂ ਕਾਮਯਾਬੀ ਰੇਤ ਦੀਆਂ ਮੁੱਠੀਆਂ ਵਰਗੇ ਹੱਥੋਂ ਨਿਸਲ ਜਾਵੇਗੀ। ਉਸ ਦਿਨ ਉਸਨੇ ਫੈਸਲਾ ਕੀਤਾ, ਦਿਨ ਵਿੱਚ 1 ਘੰਟਾ ਸਿਰਫ ਆਪਣੇ ਲਈ, ਹਫ਼ਤੇ ਵਿੱਚ 1 ਦਿਨ ਪਰਿਵਾਰ ਲਈ ਅਤੇ ਮਹੀਨੇ ਵਿੱਚ 1 ਦਿਨ ਆਪਣੇ ਸੁਪਨੇ ਲਈ। ਵੱਡੀ ਉਚਾਈ ਪਰ ਹੁਣ ਟਿਕਾਣਾ ਮਿਲ ਗਿਆ। 45 ਤੋਂ 50 ਦੀ ਉਮਰ ਵਿੱਚ ਰਾਜੀਵ ਦਾ ਬਿਜ਼ਨਸ 3 ਗੁਣਾ ਵੱਧ ਗਿਆ। ਪਰ ਅੰਤਰ ਇਹ ਸੀ, ਪਹਿਲਾਂ ਉਹ ਕਾਮਯਾਬੀ ਪਿੱਛੇ ਦੌੜਦਾ ਸੀ, ਹੁਣ ਕਾਮਯਾਬੀ ਉਸਦੇ ਪਿੱਛੇ ਦੌੜਦੀ ਸੀ। ਉਹ ਕਹਿੰਦਾ ਹੈ, 20 ਵਿੱਚ ਤਾਕਤ ਹੁੰਦੀ ਹੈ, 30 ਵਿੱਚ ਤਜਰਬਾ ਆਉਂਦਾ ਹੈ, 40 ਵਿੱਚ ਰਸਤਾ ਮਿਲਦਾ ਹੈ, 50 ਵਿੱਚ ਮੰਜ਼ਿਲ ਦਿਸਦੀ ਹੈ। ਰਾਜੀਵ ਹਰ ਸਾਲ ਆਪਣੀ 40ਵੀਂ ਜਨਮਦਿਨ ਦੀ ਤਸਵੀਰ ਦੇਖਦਾ ਤੇ ਹੌਲੇ ਜਿਹਾ ਮੁਸਕਰਾਉਂਦਾ ਹੈ। ਉਹ ਦਿਨ ਮੇਰੀ ਜ਼ਿੰਦਗੀ ਦੀ ਅਸਲੀ ਸ਼ੁਰੂਆਤ ਸੀ। 40 ਤੱਕ ਜ਼ਿੰਦਗੀ ਤੁਹਾਨੂੰ ਤਿਆਰ ਕਰਦੀ ਹੈ, 40 ਤੋਂ ਬਾਅਦ ਜ਼ਿੰਦਗੀ ਤੁਹਾਡੇ ਲਈ ਖੁੱਲਦੀ ਹੈ। ਕਾਮਯਾਬੀ ਅਤੇ ਪਰਿਵਾਰ ਦਾ ਸੰਤੁਲਨ। 40 ਦੀ ਅਸਲੀ ਖੇਡ ਹੈ ਤਜਰਬਾ, ਸਬਰ, ਸੋਚ ਅਤੇ ਸਮਝ। ਇਹ 4 ਤਾਕਤਾਂ 40 ਤੋਂ ਬਾਅਦ ਹੀ ਆਉਂਦੀਆਂ ਹਨ। ਜ਼ਿੰਦਗੀ ਦੀ ਦੌੜ ਵਿੱਚ ਸਭ ਤੋਂ ਮਹੱਤਵਪੂਰਨ ਵਕਤ ਉਹ ਹੁੰਦਾ ਹੈ ਜੋ ਇਨਸਾਨ ਆਪਣੇ ਲਈ ਰੱਖਦਾ ਹੈ। ਰਾਜੀਵ ਦੀ ਉਮਰ ਹੁਣ 48 ਹੋ ਗਈ ਸੀ। ਕੰਪਨੀ ਚੰਗੀ ਤਰ੍ਹਾਂ ਚੱਲ ਰਹੀ ਸੀ, ਬੱਚੇ ਵੱਡੇ ਹੋ ਰਹੇ ਸਨ, ਜੀਵਨ ਹੁਣ ਇੱਕ ਸਹੀ ਰਿਥਮ ਵਿੱਚ ਆ ਗਿਆ ਸੀ। ਪਰ ਜ਼ਿੰਦਗੀ ਕਦੇ ਵੀ ਬਿਨਾਂ ਮੋੜ ਦੇ ਨਹੀਂ ਰਹਿੰਦੀ। ਇੱਕ ਦਿਨ ਰਾਜੀਵ ਨੂੰ ਇੱਕ ਸੁਨੇਹਾ ਮਿਲਿਆ। ਉਸਦਾ ਪੁਰਾਣਾ ਦੋਸਤ ਵਿਕਰਮ, ਜਿਸ ਨਾਲ ਕਦੇ ਰਾਜੀਵ ਨੇ ਉਹਨਾਂ 20 ਦੇ ਦਿਨਾਂ ਵਿੱਚ ਬੇਅੰਤ ਸੁਪਨੇ ਵੇਖੇ ਸਨ, ਅਚਾਨਕ ਬਿਮਾਰ ਪੈ ਗਿਆ। ਰਾਜੀਵ ਉਸ ਨੂੰ ਮਿਲਣ ਗਿਆ। ਵਿਕਰਮ ਹੱਸਦਾ ਸੀ, ਪਰ ਅੱਖਾਂ ਵਿੱਚ ਥਕਾਵਟ ਤੇ ਦੁੱਖ ਸੀ। ਉਹ ਰਾਜੀਵ ਦਾ ਹੱਥ ਫੜ ਕੇ ਕਹਿੰਦਾ ਹੈ, ਦੋਸਤ, ਜ਼ਿੰਦਗੀ ਨੇ ਬਹੁਤ ਦੌੜਾਇਆ, ਪਰ ਦੱਸ, ਸਾਨੂੰ ਸੱਚਮੁੱਚ ਕੀ ਮਿਲਿਆ। ਇਹ ਸੁਣ ਕੇ ਰਾਜੀਵ ਦਾ ਦਿਲ ਕੰਬ ਗਿਆ। ਉਸਨੇ ਹੌਲੀ ਆਵਾਜ਼ ਵਿੱਚ ਕਿਹਾ, ਸ਼ਾਇਦ ਮੰਜ਼ਿਲਾਂ ਨਹੀਂ, ਪਰ ਆਪਣੇ ਆਪ ਨੂੰ ਲੱਭਣ ਦਾ ਮੌਕਾ ਮਿਲਿਆ। ਅੰਦਰੂਨੀ ਬਦਲਾਅ। ਘਰ ਆ ਕੇ ਰਾਜੀਵ ਘੰਟਿਆਂ ਸੋਚਦਾ ਰਿਹਾ। ਉਸਨੂੰ ਅਹਿਸਾਸ ਹੋਇਆ, ਜਵਾਨੀ ਵਿੱਚ ਬੰਦਿਆਂ ਨੂੰ ਵਕਤ ਦੀ ਕੀਮਤ ਨਹੀਂ ਪਤਾ ਹੁੰਦੀ। 40 ਵਿੱਚ ਬੰਦਾ ਤਜਰਬੇ ਦੀ ਕੀਮਤ ਸਮਝਦਾ ਹੈ। 50 ਦੇ ਨੇੜੇ ਬੰਦਾ ਜੀਵਨ ਦੀ ਕੀਮਤ ਸਮਝਦਾ ਹੈ। ਉਸਨੇ ਆਪਣੀ ਡਾਇਰੀ ਵਿੱਚ ਲਿਖਿਆ, ਕਾਮਯਾਬੀ ਤੈਨੂੰ ਭੀੜ ਵਿੱਚ ਪਹਿਚਾਨ ਦਿੰਦੀ ਹੈ, ਪਰ ਸ਼ਾਂਤੀ ਤੈਨੂੰ ਆਪਣੇ ਵਿੱਚ ਪਹਿਚਾਨ ਦਿੰਦੀ ਹੈ। ਇੱਕ ਵੱਡਾ ਫੈਸਲਾ। ਰਾਜੀਵ ਨੇ ਫੈਸਲਾ ਕੀਤਾ, ਉਹ ਆਪਣੇ ਬਿਜ਼ਨਸ ਦਾ ਕੁਝ ਹਿੱਸਾ ਜਵਾਨ ਉਦਯੋਗਪਤੀਆਂ ਲਈ ਖੋਲੇਗਾ। ਉਹ ਮੌਕੇ ਦੇਵੇਗਾ ਜੋ ਉਸਨੂੰ 25 ਦੀ ਉਮਰ ਵਿੱਚ ਨਹੀਂ ਮਿਲੇ ਸਨ। ਕਈ ਲੋਕ ਹੈਰਾਨ ਹੋਏ। ਕਿਸੇ ਨੇ ਕਿਹਾ, ਰਾਜੀਵ, ਤੂੰ ਕਮਾਈ ਦਾ ਮੌਕਾ ਵੰਡ ਰਿਹਾ ਹੈ। ਰਾਜੀਵ ਹੰਸਿਆ ਅਤੇ ਕਿਹਾ, 40 ਵਿੱਚ ਮੈਂ ਕਮਾਉਣਾ ਸਿੱਖਿਆ, 50 ਵਿੱਚ ਮੈਂ ਸਹੀ ਅਰਥਾਂ ਵਿੱਚ ਦਿੱਤਾ ਸਿੱਖਦਾ ਹਾਂ। ਉਹ ਜਦ ਨਵੇਂ ਨੌਜਵਾਨਾਂ ਨੂੰ ਸਿਖਾਉਂਦਾ, ਉਸਦੀ ਅੱਖਾਂ ਵਿੱਚ ਨਵੀਂ ਚਮਕ ਦਿਸਦੀ, ਜਿਵੇਂ ਉਹ ਆਪਣੀ ਜਵਾਨੀ ਨੂੰ ਮੁੜ ਜੀਂਦਾ ਹੋਵੇ। ਸਭ ਤੋਂ ਡੂੰਘਾ ਪਲ। ਇੱਕ ਸ਼ਾਮ ਉਹ ਆਪਣੇ ਬੇਟੇ ਅਰਜੁਨ ਨਾਲ ਛੱਤ ਤੇ ਬੈਠਾ ਸੀ। ਅਰਜੁਨ ਨੇ ਪੁੱਛਿਆ, ਪਾਪਾ, ਤੁਸੀਂ 40 ਦੀ ਉਮਰ ਵਿੱਚ ਕਿਵੇਂ ਨਵਾਂ ਸਫ਼ਰ ਸ਼ੁਰੂ ਕੀਤਾ? ਡਰ ਨਹੀਂ ਲੱਗਾ? ਰਾਜੀਵ ਨੇ ਹੌਲੇ ਨਾਲ ਚਾਹ ਦਾ ਪਿਆਲਾ ਰੱਖਿਆ ਅਤੇ ਕਿਹਾ, ਬੇਟਾ, ਡਰ ਤਾਂ ਮੈਨੂੰ 25 ਵਿੱਚ ਵੀ ਲੱਗਦਾ ਸੀ, ਪਰ 40 ਵਿੱਚ ਮੈਨੂੰ ਇਹ ਸਮਝ ਆ ਗਿਆ ਕਿ ਡਰ ਕਦੇ ਖਤਮ ਨਹੀਂ ਹੁੰਦਾ, ਪਰ ਤੂੰ ਉਸਨੂੰ ਇਕੱਲਾ ਛੱਡ ਦੇਵੇਂ, ਉਹ ਤੈਨੂੰ ਛੱਡ ਦਿੰਦਾ ਹੈ। ਅਰਜੁਨ ਨੇ ਹੈਰਾਨ ਹੋ ਕੇ ਪੁੱਛਿਆ, ਤਾਂ ਤੁਸੀਂ ਅਸਲੀ ਖੇਡ 40 ਤੋਂ ਬਾਅਦ ਹੀ ਖੇਡੀ? ਰਾਜੀਵ ਹੌਲੇ ਜਿਹੇ ਮੁਸਕਰਾਇਆ, ਨਹੀਂ ਬੇਟਾ, ਅਸਲੀ ਖੇਡ ਤਾਂ 40 ਤੋਂ ਬਾਅਦ ਸ਼ੁਰੂ ਹੁੰਦੀ ਹੈ, ਪਰ ਅਸਲੀ ਜਿੱਤ 50 ਤੋਂ ਬਾਅਦ। ਸੱਚੀ ਜਿੱਤ। ਰਾਜੀਵ ਦੀ ਉਮਰ ਹੁਣ 50 ਹੋ ਚੁੱਕੀ ਸੀ। ਜਨਮਦਿਨ ਦੇ ਮੌਕੇ ਤੇ ਪਰਿਵਾਰ, ਦੋਸਤ, ਸਟਾਫ, ਸਾਰੇ ਉਸ ਨਾਲ ਸਨ। ਕਿਸੇ ਨੇ ਉਸ ਨੂੰ ਪੁੱਛਿਆ, ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਾਮਯਾਬੀ ਕੀ ਹੈ? ਰਾਜੀਵ ਨੇ ਅੱਖਾਂ ਬੰਦ ਕੀਤੀਆਂ ਅਤੇ ਸ਼ਾਂਤੀ ਨਾਲ ਕਿਹਾ, ਸਭ ਤੋਂ ਵੱਡੀ ਕਾਮਯਾਬੀ ਇਹ ਹੈ ਕਿ ਮੈਂ ਆਪਣਾ ਦੂਜਾ ਜਨਮ 40 ਦੀ ਉਮਰ ਵਿੱਚ ਲਿਆ। ਸਾਰੇ ਚੁੱਪ ਹੋ ਗਏ। ਇਹ ਉਹ ਡੂੰਘੀ ਬਾਤ ਸੀ
ਜੋ ਉਮਰ ਤੋਂ ਬਾਅਦ ਹੀ ਸਮਝ ਆਉਂਦੀ ਹੈ। 20 ਵਿੱਚ ਤੈਨੂੰ ਪਤਾ ਨਹੀਂ ਹੁੰਦਾ ਤੂੰ ਕੀ ਹੈ। 30 ਵਿੱਚ ਤੈਨੂੰ ਪਤਾ ਹੁੰਦਾ ਹੈ ਲੋਕ ਕੀ ਚਾਹੁੰਦੇ ਹਨ। 40 ਵਿੱਚ ਤੈਨੂੰ ਪਤਾ ਲੱਗਦਾ ਹੈ ਤੂੰ ਸੱਚਮੁੱਚ ਕੀ ਚਾਹੁੰਦਾ ਹੈ। 50 ਵਿੱਚ ਤੂੰ ਉਹ ਬਣ ਜਾਂਦਾ ਹੈ ਜਿਹੜਾ ਤੈਨੂੰ ਬਣਨਾ ਚਾਹੀਦਾ ਸੀ। ਸਾਲ ਬੀਤਦੇ ਗਏ। ਰਾਜੀਵ ਹੁਣ 58 ਦਾ ਹੋ ਚੁੱਕਾ ਸੀ। ਜਿਸ ਦਫ਼ਤਰ ਨੂੰ ਉਸਨੇ ਇੱਕ ਕਮਰੇ ਤੋਂ ਸ਼ੁਰੂ ਕੀਤਾ ਸੀ, ਉਹ ਹੁਣ ਇੱਕ ਪੂਰੀ ਇਮਾਰਤ ਬਣ ਚੁੱਕੀ ਸੀ। ਪਰ ਦਿਲ ਅੰਦਰ ਇੱਕ ਨਵਾਂ ਸੁਪਨਾ, ਇੱਕ ਨਵੀਂ ਖੇਡ ਜਾਗ ਰਹੀ ਸੀ। ਇੱਕ ਸਵੇਰ ਜੋ ਸਭ ਕੁਝ ਬਦਲ ਦਿੰਦੀ ਹੈ। ਇੱਕ ਸ਼ਾਂਤ ਸਵੇਰ ਰਾਜੀਵ ਛੱਤ ਤੇ ਟਹਿਲ ਰਿਹਾ ਸੀ। ਹਵਾ ਹੌਲੀ-ਹੌਲੀ ਚੱਲ ਰਹੀ ਸੀ। ਫਜਰ ਦੀ ਰੌਸ਼ਨੀ ਗੁਲਾਬੀ ਸੀ। ਉਸੇ ਵੇਲੇ ਉਸਨੂੰ ਛੋਟੀ ਕੁੜੀ ਦੀ ਆਵਾਜ਼ ਸੁਣਾਈ ਦਿੱਤੀ, ਦਾਦਾ ਜੀ, ਮੈਂ ਵੱਡੀ ਹੋ ਕੇ ਕੀ ਬਣਾ? ਰਾਜੀਵ ਮੁੜ ਕੇ ਵੇਖਦਾ ਹੈ। ਉਸਦੀ ਪੋਤੀ, ਨੂਰ, ਉੱਥੇ ਖੜੀ ਸੀ। ਰਾਜੀਵ ਮੁਸਕਰਾਇਆ। ਉਹ ਕਹਿੰਦਾ ਹੈ, ਜਿਹੜਾ ਕੰਮ ਤੈਨੂੰ ਸਵੇਰੇ ਬਿਸਤਰੇ ਤੋਂ ਖਿੱਚ ਕੇ ਬਾਹਰ ਲਿਆਵੇ, ਉਹੀ ਬਣੀ। ਨੂਰ ਨੇ ਤੁਰੰਤ ਪੁੱਛਿਆ, ਤੁਹਾਨੂੰ ਕੀ ਖਿੱਚਦਾ ਸੀ? ਰਾਜੀਵ ਕੁਝ ਪਲ ਚੁੱਪ ਰਿਹਾ, ਅਤੇ ਫਿਰ ਹੌਲੇ ਨਾਲ ਕਿਹਾ, ਸੁਪਨਾ, ਜੋ 40 ਦੀ ਉਮਰ ਵਿੱਚ ਜਗਿਆ ਸੀ। ਨੂਰ ਹੱਸ ਪਈ, ਪਰ ਦਾਦਾ ਜੀ, 40 ਤਾਂ ਬਹੁਤ ਵੱਡੀ ਉਮਰ ਹੁੰਦੀ ਹੈ। ਰਾਜੀਵ ਨੇ ਪਿਆਰ ਨਾਲ ਉਸਦੇ ਸਿਰ ਤੇ ਹੱਥ ਰੱਖਿਆ। ਬੱਚੇ, 40 ਉਹ ਉਮਰ ਹੈ ਜਦੋਂ ਬੰਦਾ ਸੁਪਨਾ ਦੇਖਦਾ ਨਹੀਂ, ਸਗੋਂ ਸੁਪਨੇ ਪੂਰੇ ਕਰਦਾ ਹੈ। 60 ਦੀ ਉਮਰ ਦਾ ਵੱਡਾ ਫੈਸਲਾ। 59ਵੀਂ ਜਨਮਦਿਨ ਤੋਂ ਇੱਕ ਦਿਨ ਪਹਿਲਾਂ ਰਾਜੀਵ ਨੇ ਇੱਕ ਬਹੁਤ ਵੱਡਾ ਫੈਸਲਾ ਕੀਤਾ। ਉਹ ਦਫ਼ਤਰ ਵਿੱਚ ਸਭ ਨੂੰ ਬੁਲਾਉਂਦਾ ਹੈ ਅਤੇ ਕਹਿੰਦਾ ਹੈ, ਅਗਲੇ ਸਾਲ ਮੈਂ ਰਿਟਾਇਰ ਨਹੀਂ ਹੋ ਰਿਹਾ, ਪਰ ਮੈਂ ਦਫ਼ਤਰ ਤੋਂ ਮੁਕਤ ਹੋ ਰਿਹਾ ਹਾਂ। ਸਾਰੇ ਹੈਰਾਨ। ਕਈ ਸੋਚਦੇ ਕਿ ਰਾਜੀਵ ਦਾ ਦਿਮਾਗ ਥੱਕ ਗਿਆ, ਪਰੰਤੂ ਰਾਜੀਵ ਨੇ ਅੱਗੇ ਕਿਹਾ, ਹੁਣ ਮੈਂ ਕੰਪਨੀ ਨਹੀਂ, ਆਉਂਦੇ ਸਮੇਂ ਦੀ ਇੱਕ ਪੀੜ੍ਹੀ ਬਣਾਉਣਾ ਚਾਹੁੰਦਾ ਹਾਂ। ਉਸਨੇ ਇੱਕ ਨਵਾਂ ਪ੍ਰੋਜੈਕਟ ਐਲਾਨਿਆ, ਜਵਾਨਾਂ ਲਈ ਫਰੀ ਟ੍ਰੇਨਿੰਗ ਸੈਂਟਰ, ਤਾਂ ਜੋ ਉਹ ਬਿਨਾਂ ਡਰ ਤੇ ਬਿਨਾਂ ਪੈਸੇ ਦੇ ਆਪਣੇ ਸੁਪਨੇ ਸ਼ੁਰੂ ਕਰ ਸਕਣ। ਸਾਰੇ ਉਸਨੂੰ ਤਾਲੀਆਂ ਮਾਰਦੇ ਹਨ, ਪਰ ਰਾਜੀਵ ਦੇ ਦਿਲ ਦੀ ਸ਼ਾਂਤੀ ਤਾਲੀਆਂ ਨਾਲ ਨਹੀਂ, ਉਸ ਫੈਸਲੇ ਨਾਲ ਆਈ ਸੀ। ਦਿਲ ਨੂੰ ਬਦਲ ਦੇਣ ਵਾਲਾ ਸੱਚ। ਇੱਕ ਦੁਪਹਿਰ ਰਾਜੀਵ ਅਕੇਲਾ ਬਾਗ ਵਿੱਚ ਬੈਠਾ ਸੀ। ਉਸਦੇ ਹੱਥ ਵਿੱਚ 13 ਜ਼ਮਾਨੇ ਦੀ ਡਾਇਰੀ ਸੀ, ਜਿਸ ਵਿੱਚ 40 ਦੀ ਉਮਰ ਵਾਲੇ ਦਿਨ ਦਾ ਵਾਕਿਆ ਲਿਖਿਆ ਸੀ। ਉਸਨੇ ਉਹ ਪੰਨਾ ਖੋਲ੍ਹਿਆ। ਉੱਥੇ ਲਿਖਿਆ ਸੀ, ਅੱਜ ਮੈਂ ਜ਼ਿੰਦਗੀ ਨੂੰ ਮੁੜ ਸ਼ੁਰੂ ਕਰਦਾ ਹਾਂ। 60 ਦੀ ਉਮਰ ਵਿੱਚ ਉਸਨੂੰ ਇਹ ਲਾਈਨ ਪੜ੍ਹ ਕੇ ਅੱਖਾਂ ਭਰ ਆਈਆਂ। ਉਸਨੇ ਹੌਲੇ ਨਾਲ ਕਿਹਾ, ਧੰਨਵਾਦ ਰਾਜੀਵ, ਤੂੰ 40 ਵਿੱਚ ਡਰਿਆ ਨਹੀਂ, ਇਸ ਲਈ 60 ਵਿੱਚ ਮੈਂ ਖੁਸ਼ ਹਾਂ। ਇਹ ਉਹ ਪਲ ਸੀ ਜਿੱਥੇ ਇੱਕ ਬੰਦਾ ਆਪਣੀ ਜ਼ਿੰਦਗੀ ਨੂੰ ਪੂਰੀ ਅੱਖ ਨਾਲ ਵੇਖਦਾ ਹੈ ਅਤੇ ਕਹਿੰਦਾ ਹੈ, ਮੈਂ ਹਾਰਿਆ ਨਹੀਂ, ਮੈਂ ਦੇਰ ਨਾਲ ਜਿੱਤਿਆ। 60ਵੀਂ ਜਨਮਦਿਨ। ਰਾਜੀਵ ਦੀ 60ਵੀਂ ਜਨਮਦਿਨ ਤੇ ਕੰਪਨੀ, ਪਰਿਵਾਰ, ਦੋਸਤ, ਨੌਜਵਾਨ ਸਾਰੇ ਇਕੱਠੇ ਹੋਏ। ਵਿਕਰਮ ਵੀ ਉਸਦੀ ਬਾਹ ਫੜ ਕੇ ਖੜਾ ਸੀ। ਉਹ ਦੋਸਤ ਜਿਸਨੇ ਉਸਨੂੰ ਕਦੇ ਜੀਵਨ ਦਾ ਸਭ ਤੋਂ ਮੁਸ਼ਕਲ ਸਵਾਲ ਪੁੱਛਿਆ ਸੀ। ਸਾਰੇ ਦੇ ਸਾਹਮਣੇ ਰਾਜੀਵ ਨੇ ਇੱਕ ਜ਼ਿੰਦਗੀ ਬਦਲ ਬੋਲੀ ਕਹੀ। 40 ਦੀ ਉਮਰ ਵਿੱਚ ਜੇ ਤੁਸੀਂ ਜਾਗ ਗਏ, ਤਾਂ 60 ਦੀ ਉਮਰ ਵਿੱਚ ਤੁਸੀਂ ਚਮਕੋਗੇ। ਉਮਰ ਕਦੇ ਰਾਹ ਨਹੀਂ ਰੋਕਦੀ, ਰਾਹ ਉਸ ਵਕਤ ਰੁਕਦਾ ਹੈ ਜਦੋਂ ਬੰਦਾ ਸੁਪਨਾ ਦੇਖਣਾ ਛੱਡ ਦਿੰਦਾ ਹੈ। ਸੁਣ ਕੇ ਸਭ ਖਾਮੋਸ਼ ਹੋ ਗਏ। ਉਹ ਖਾਮੋਸ਼ੀ ਕਿਸੇ ਭਾਸ਼ਣ ਦੀ ਨਹੀਂ, ਜੀਵਨ ਦੀ ਆਪਣੇ ਆਪ ਨਾਲ ਤੁਲਨਾ ਦੀ ਸੀ। ਕਹਾਣੀ ਦਾ ਸੁਨੇਹਾ, 60 ਦੀ ਉਮਰ ਦਾ ਸੱਚ। 40 ਤੇ ਜ਼ਿੰਦਗੀ ਸ਼ੁਰੂ ਹੁੰਦੀ ਹੈ, 50 ਤੇ ਜ਼ਿੰਦਗੀ ਸਮਝ ਆਉਂਦੀ ਹੈ, 60 ਤੇ ਜ਼ਿੰਦਗੀ ਅਸਲ ਰੰਗ ਦਿਖਾਉਂਦੀ ਹੈ। ਉਮਰ ਕਦੇ ਵੀ ਰੁਕਾਵਟ ਨਹੀਂ ਹੁੰਦੀ। ਰੁਕਾਵਟ ਉਹ ਦਿਨ ਹੁੰਦਾ ਹੈ ਜਦੋਂ ਤੁਸੀਂ ਸੁਪਨਾ ਦੇਖਣਾ ਛੱਡ ਦਿੰਦੇ ਹੋ। ਦੂਜਿਆਂ ਦੀ ਜ਼ਿੰਦਗੀ ਬਦਲਣਾ ਸਭ ਤੋਂ ਵੱਡੀ ਕਾਮਯਾਬੀ ਹੈ। ਬਹੁਤ ਬਹੁਤ ਧੰਨਵਾਦ ਜੀ ਸੁਣਨ ਲਈ।